आ रखड़ी आ रही सोमवार नूं। ਇਹਦੇ ਵਿੱਚ ਇਹ ਗੱਲ ਲੋਕ ਇਹ ਕਹਿੰਦੇ ਨੇ ਬਈ ਜਿਹੜੀ ਇਸਤਰੀ ਹੈ ਉਹ ਭੈਣ ਰੂਪ ਦੇ ਅੰਦਰ ਆਪਣੇ ਭਰਾ ਕੋਲੋਂ ਹਰ ਸਾਲ ਇਹ ਬਚਨ ਲੈਂਦੀ ਹੈ ਕਿ ਭਰਾ ਮੇਰੀ ਰੱਖਿਆ ਕਰੇਗਾ। ਇਹਨੂੰ ਰਕਸ਼ਾ ਬੰਧਨ ਕਹਿੰਦੇ ਆ। ਰਕਸ਼ਾ ਕਰਨ ਦਾ ਜਿਹੜਾ ਬੰਧਨ ਹੈ, ਰਾਖੀ ਵੀ ਉਹੀ ਚੀਜ਼ ਹੈ, ਰੱਖਿਆ ਕਰਨੀ। ਕਮਜ਼ੋਰ ਹੈ ਉਹੀ ਕਹੇਗਾ ਮੇਰੀ ਰੱਖਿਆ ਕਰ, ਤਗੜਾ ਤਾਂ ਨਹੀਂ ਕਹੇਗਾ ਨਾ। ਤਗੜੇ ਨੂੰ ਕਿਹਾ ਜਾਏਗਾ ਵੀ ਮੇਰੀ ਰੱਖਿਆ ਕਰ, ਭਾਵੇਂ ਇੱਕ ਭੈਣ ਹੈ ਤੇ ਇੱਕ ਭਰਾ ਹੈ। ਭੈਣ ਕਮਜ਼ੋਰ ਹੈ, ਉਹਨੂੰ ਰਕਸ਼ਾ ਦੀ ਜ਼ਰੂਰਤ ਹੈ। ਭਰਾ ਤਗੜਾ, ਉਹ ਰਕਸ਼ਾ ਕਰ ਸਕਦਾ। ਮਨੂ ਸਮਰਿਤੀ ਦੇ ਅੰਦਰ ਇਹ ਗੱਲ ਲਿਖੀ ਹੈ ਬਈ ਜਿਹੜੀ ਔਰਤ ਹੈ ਇਹਨੂੰ ਵਿਆਹ ਤੋਂ ਪਹਿਲਾਂ ਪਿਓ ਦੀ ਪ੍ਰੋਟੈਕਸ਼ਨ ਚਾਹੀਦੀ ਹੈ, ਵਿਆਹ ਤੋਂ ਬਾਅਦ ਘਰ ਵਾਲੇ ਦੀ ਪ੍ਰੋਟੈਕਸ਼ਨ ਚਾਹੀਦੀ ਹੈ, ਤੇ ਜੇ ਘਰ ਵਾਲਾ ਚੜ੍ਹਾਈ ਕਰ ਜੇ ਫਿਰ ਇਹਨੂੰ ਪੁੱਤਰ ਦੀ ਪ੍ਰੋਟੈਕਸ਼ਨ ਚਾਹੀਦੀ ਹੈ, ਕਿਉਂਕਿ ਇਹ ਪ੍ਰੋਟੈਕਸ਼ਨ ਦੀ ਇਸ ਨੂੰ ਜ਼ਰੂਰਤ ਹੈ। ਇਹ ਆਪਣੇ ਆਪ ਆਪਣਾ ਪ੍ਰੋਟੈਕਸ਼ਨ ਨਹੀਂ ਕਰ ਸਕਦੀ, ਇਹਨੂੰ ਰੱਖਿਆ ਦੀ ਜ਼ਰੂਰਤ ਹੈ, ਇਹਨੂੰ ਸਾਂਭਣਾ ਪੈਣਾ, ਇਹ ਆਪਣੇ ਆਪ ਨਹੀਂ ਸਾਂਭੀ ਜਾਂਦੀ। ਇਹਦੇ ਕੋਲ ਇੰਨੀ ਕਾਬਲੀਅਤ ਨਹੀਂ ਹੈ। ਇਹਨੂੰ ਕਦੀ ਪਿਓ ਦੀ ਸੁਰੱਖਿਆ ਚਾਹੀਦੀ ਹੈ, ਕਦੀ ਘਰ ਵਾਲੇ ਦੀ ਸੁਰੱਖਿਆ ਚਾਹੀਦੀ ਹੈ, ਕਦੀ ਪੁੱਤਰ ਦੀ ਸੁਰੱਖਿਆ ਚਾਹੀਦੀ ਹੈ। ਸੁਰੱਖਿਆ ਕਰਨ ਵਾਲਾ ਮੇਲ ਹੀ ਹੋਣਾ ਚਾਹੀਦਾ, ਬੰਦਾ ਹੀ ਹੋਣਾ ਚਾਹੀਦਾ। ਮਾਂ ਦੀ ਸੁਰੱਖਿਆ ਨਹੀਂ ਚਾਹੀਦੀ, ਪਿਓ ਦੀ ਸੁਰੱਖਿਆ ਚਾਹੀਦੀ ਹੈ, ਘਰ ਵਾਲੇ ਦੀ ਸੁਰੱਖਿਆ ਚਾਹੀਦੀ ਹੈ, ਭੈਣ ਦੀ ਸੁਰੱਖਿਆ ਨਹੀਂ ਚਾਹੀਦੀ, ਪੁੱਤਰ ਦੀ ਸੁਰੱਖਿਆ ਚਾਹੀਦੀ ਹੈ, ਧੀ ਦੀ ਸੁਰੱਖਿਆ ਨਹੀਂ ਚਾਹੀਦੀ। ਧੀ ਮਾਂ ਦੀ ਸੁਰੱਖਿਆ ਨਹੀਂ ਕਰ ਸਕਦੀ, ਪੁੱਤਰ ਕਰ ਸਕਦਾ। ਭੈਣ ਨਹੀਂ ਕਰ ਸਕਦੀ, ਭਰਾ ਕਰ ਸਕਦਾ। ਮਾਂ ਨਹੀਂ ਕਰ ਸਕਦੀ, ਪਿਓ ਕਰ ਸਕਦਾ। ਅਖੀਰ ਗੱਲ ਜਿਹੜੀ ਉਹ ਬੰਦੇ ਤੇ ਆ ਕੇ ਟਿਕਣੀ ਹੈ। ਕਮਜ਼ੋਰ ਹੈ ਇਸਤਰੀ ਤੇ ਇਹਦੀ ਰੱਖਿਆ ਕਰਨੀ ਹੈ ਪੁਰਖ ਨੇ। ਹੁਣ ਇਹ ਜਿਹੜੀ ਗੱਲ ਹੈ, ਜਦੋਂ ਸਤਿਗੁਰੂ ਮਹਾਰਾਜ ਦੀ ਅਸੀਂ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਨੇ, ਕਿਉਂਕਿ ਕੋਈ ਸਮਾਂ ਸੀ ਇਹੋ ਜਿਹਾ ਹੋ ਸਕਦਾ ਜਦੋਂ ਇਸਤਰੀ ਨੂੰ ਬਰਾਬਰ ਦੇ ਅਧਿਕਾਰ ਨਹੀਂ ਸੀ, ਬਰਾਬਰ ਦੀਆਂ ਸਹੂਲਤਾਂ ਨਹੀਂ ਸੀ, ਉਹਦੇ ਕੋਲ ਬਰਾਬਰ ਦੀ ਤਾਕਤ ਨਹੀਂ ਸੀ, ਨਾ ਉਹਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਸੀ, ਝਰੋਖੇ ਵਿੱਚੋਂ ਉਹਨੂੰ ਦੁਨੀਆ ਦੇਖਣੀ ਪੈਂਦੀ ਸੀ, ਪੜ੍ਹਨ ਉਹ ਜਾ ਨਹੀਂ ਸੀ ਸਕਦੀ। ਆਜ਼ਾਦੀ ਤੋਂ ਪਹਿਲਾਂ ਕਿੱਥੇ ਇਸਤਰੀਆਂ ਇੰਨਾ ਪੜ੍ਹਦੀਆਂ ਸੀ, ਪੜ੍ਹਦੀਆਂ ਹੀ ਨਹੀਂ ਸੀ। ਨਾ ਉਹਨੂੰ ਉਹਨੇ ਅਧਿਕਾਰ ਦਿੱਤੇ ਜਾਂਦੇ ਸਨ, ਬੰਦੇ ਵਰਗੇ ਅਧਿਕਾਰ ਵੀ ਨਹੀਂ ਸੀ ਦਿੱਤੇ ਜਾਂਦੇ। ਮਰਦ ਪ੍ਰਧਾਨ ਸਮਾਜ ਦੇ ਅੰਦਰ ਇਸਤਰੀ ਹਮੇਸ਼ਾ ਹੀ ਕਮਜ਼ੋਰ ਸੀ। ਉਹਦੇ ਵਾਸਤੇ ਐਜੂਕੇਸ਼ਨ ਕੋਈ ਨਹੀਂ, ਉਹਦੇ ਵਾਸਤੇ ਬੰਦੇ ਦੇ ਬਰਾਬਰ ਦੇ ਅਧਿਕਾਰ ਕੋਈ ਨਹੀਂ, ਉਹਦੇ ਵਾਸਤੇ ਬੰਦੇ ਦੇ ਬਰਾਬਰ ਸਹੂਲਤਾਂ ਕੋਈ ਨਹੀਂ। ਸਗੋਂ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ, ਇਹੋ ਜਿਹੀਆਂ ਸਹੂਲਤਾਂ ਵੀ ਨਹੀਂ ਜਿਹੜੀਆਂ ਬੰਦੇ ਨੂੰ ਮਿਲਣੀਆਂ ਚਾਹੀਦੀਆਂ। ਬੁਨਿਆਦੀ ਹੱਕ ਵੀ ਉਹਦੇ ਕੋਲ ਨਹੀਂ ਨੇ। ਬੰਦੇ ਤੋਂ ਬਿਨਾਂ ਤਾਂ ਉਹ ਸਾਹ ਵੀ ਨਹੀਂ ਸੀ ਲੈ ਸਕਦੀ। ਜੇ ਬੰਦਾ ਚੜ੍ਹਾਈ ਕਰ ਗਿਆ ਤੇ ਹੁਣ ਇਸਤਰੀ ਨੇ ਸਤੀ ਹੋਣਾ, ਨਾਲ ਕੁਸਕਣ ਦੀ ਵੀ ਇਜਾਜ਼ਤ ਨਹੀਂ ਸੀ ਇਸਤਰੀ ਨੂੰ। ਕੋਈ ਸਮਾਂ ਸੀ ਜਦੋਂ ਇਹ ਮੰਨ ਲਿਆ ਜਾਂਦਾ ਸੀ ਵੀ ਪਤੀ ਸ਼ਰਾਬੀ ਹੈ, ਕਬਾਬੀ ਹੈ, ਬੇਈਮਾਨ ਹੈ, ਝੂਠਾ ਹੈ, ਦੁਰਾਚਾਰੀ ਹੈ, ਵੀ ਤੇਰਾ ਭਗਵਾਨ ਹੈ, ਤੂੰ ਨਹੀਂ ਕੁਸਕ ਸਕਦੀ। ਹੁਣ ਉਹ ਭਾਵੇਂ ਇੱਕ ਇਸਤਰੀ ਰੱਖੇ, ਭਾਵੇਂ 4 ਰੱਖੇ, ਤੂੰ ਕੋਈ ਨਹੀਂ ਬੋਲ ਸਕਦੀ। ਉਹ ਸਮਾਂ ਸੀ ਜਦੋਂ ਇਸਤਰੀ ਨੂੰ ਕੁਸਕਣ ਦੀ ਇਜਾਜ਼ਤ ਨਹੀਂ ਸੀ। ਇਸਤਰੀ ਨੂੰ ਬਿਲਕੁਲ ਉਸ ਦੇ ਬੁਨਿਆਦੀ ਹੱਕ ਵੀ, ਸਾਹ ਲੈਣ ਦੀ ਵੀ ਇਜਾਜ਼ਤ ਨਹੀਂ ਸੀ। ਸਤੀ ਪ੍ਰਥਾ, ਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਸਤੀ ਪ੍ਰਥਾ ਚਾਲੂ ਸੀ। 4 ਰਾਣੀਆਂ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਵਿੱਚ ਸੜ ਕੇ ਮਰ ਗਈਆਂ। ਅਸੀਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਸਿੱਖ ਦਾ ਰਾਜਾ ਸੀ। ਗੁਰੂ ਮਹਾਰਾਜ ਨੇ ਤਾਂ ਕਿਤੇ, ਗੁਰੂ ਅਮਰਦਾਸ ਮਹਾਰਾਜ ਨੇ ਸਤੀ ਪ੍ਰਥਾ ਬੰਦ ਕਰਾਈ ਸੀ। ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਉਹ ਸਾਰੀਆਂ ਗੱਲਾਂ ਕਰਨ ਤੋਂ ਵਰਜਿਆ ਸੀ ਜਿਹੜੀਆਂ ਨੇ ਰੱਬ ਦੇ ਹੁਕਮ ਦੇ ਸਿਧਾਂਤ ਦੇ ਖਿਲਾਫ ਨੇ। ਗੁਰੂ ਅਮਰਦਾਸ ਮਹਾਰਾਜ ਨੇ ਵਿਸ਼ੇਸ਼ ਤੌਰ ਦੇ ਉੱਤੇ ਅਕਬਰ ਕੋਲੋਂ ਸਤੀ ਪ੍ਰਥਾ ਬੰਦ ਕਰਾਈ। ਇਸਤਰੀ ਨੂੰ ਨੀਵਾਂ ਬਾਰ-ਬਾਰ ਕਹਿਣ ਦੀਆਂ ਜਿੰਨਾ ਗੱਲਾਂ ਸੀ, ਮਹਾਰਾਜ ਨੇ ਉਹਦੇ ਖਿਲਾਫ ਵਿਰੋਧ ਕੀਤਾ। ਘੁੰਡ ਕੱਢਣ ਦੀ ਮਰਿਆਦਾ ਗੁਰੂ ਮਹਾਰਾਜ ਨੇ ਗੁਰੂ ਦਰਬਾਰ ਦੇ ਅੰਦਰ ਬੰਦ ਕਰਾਈ। ਜੇ ਕਿਸੇ ਇਸਤਰੀ ਦਾ ਪਤੀ ਕਾਲਵਸ ਹੋ ਜਾਂਦਾ, ਉਹਨੂੰ ਪੁਨਰ ਵਿਆਹ ਦੀ ਇਜਾਜ਼ਤ ਗੁਰੂ ਸਾਹਿਬ ਨੇ ਦਿੱਤੀ। ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੰਦੇ ਨੂੰ ਅਕਲ ਦਿੱਤੀ ਵੀ ਤੂੰ ਜਿਸ ਇਸਤਰੀ ਨੂੰ ਇੰਨਾ ਹੀ ਨੀਵਾ ਕਹਿੰਦਾ, ਇੰਨਾ ਮਾੜਾ ਕਹਿੰਦਾ, ਜ਼ਿੰਦਗੀ ਅੰਦਰ ਸੋਚ ਤਾਂ ਸਹੀ, ਤੇਰੀ ਔਕਾਤ ਕੀ ਇਸਤਰੀ ਤੋਂ ਬਿਨਾਂ? ਤੇਰੀ ਪੈਦਾਇਸ਼ ਦੀ ਜਗ੍ਹਾ ਹੀ ਰੱਬ ਨੇ ਇਸਤਰੀ ਤੋਂ ਸ਼ੁਰੂ ਕੀਤੀ ਹੈ। ਤੈਨੂੰ ਬਣਾਇਆ ਹੀ ਇਸਤਰੀ ਦੇ ਸਰੀਰ ਵਿੱਚ ਹੈ। ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵਿਆਓ, ਭੰਡੋ ਹੋਵੇ ਦੋਸਤੀ, ਭੰਡੋ ਚੱਲੈ ਰਾ, ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਦਾਨ, ਸੋ ਕਿਉਂ ਬੰਦਾ ਆਖੀਏ ਜਿਤ ਜੰਮੇ ਰਾਜਾਨ।
ਇਸਤਰੀ ਨੂੰ ਇਹੋ ਜਿਹੀਆਂ ਧਾਰਮਿਕ ਰਸਮਾਂ ਵਿੱਚ ਬੰਨ੍ਹ ਦਿੱਤਾ, ਕਿਉਂਕਿ ਜੇ ਕਿਸੇ ਬੰਦੇ ਨੂੰ ਕਿਸੇ ਗੱਲ ਤੋਂ ਪੱਕਾ ਕਰਨਾ ਨਾ, ਟੱਸ ਤੋਂ ਮਸ ਨਾ ਹੋਵੇ, ਉਹਨੂੰ ਧਰਮ ਦੀ ਰੰਗਤ ਦੇ ਦਿਓ। ਧਰਮ ਦਾ ਬੱਝਾ ਬੰਦਾ ਨਹੀਂ ਛੁੱਟ ਸਕਦਾ। ਦੁਨੀਆ ਬਦਲ ਗਈ ਹੈ, ਹੁਣ ਸਮਾਂ ਇੰਨਾ ਬਦਲ ਗਿਆ ਵੀ ਦੇਖੋ ਸਮੇਂ ਦੇ ਨਾਲ ਇਸਤਰੀ ਹੁਣ ਸਾਰੀਆਂ ਸਹੂਲਤਾਂ ਜਿਹੜੀਆਂ ਨੇ, ਸਾਰੇ ਅਧਿਕਾਰ ਜਿਹੜੇ ਨੇ, ਸਾਰੇ ਸਾਧਨ ਨੇ। ਹੁਣ ਇਸਤਰੀ ਕੋਈ ਅਨਪੜ੍ਹ ਥੋੜ੍ਹਾ, ਪੂਰੀ ਪੜ੍ਹਾਈ ਲਿਖਾਈ ਦਾ ਅਧਿਕਾਰ ਹੈ। ਇਸਤਰੀ ਨੂੰ ਮਰਦ ਦੇ ਬਰਾਬਰ ਅਧਿਕਾਰ ਸੰਵਿਧਾਨ ਨੇ ਦੇ ਦਿੱਤੇ। ਇਸਤਰੀ ਨੂੰ ਸਮਾਜ ਦੇ ਅੰਦਰ ਬਰਾਬਰ ਕੇ ਖੁੱਲ੍ਹ ਕੇ ਵਿਚਰਨ ਦੀ ਅਧਿਕਾਰ ਸਮਾਜ ਨੇ ਦੇ ਦਿੱਤੇ। ਤੇ ਉਹ ਸਮਾਂ ਆ ਗਿਆ ਜਦੋਂ ਹੁਣ ਫੌਜ ਦੇ ਅੰਦਰ ਜਿਹੜੀਆਂ ਬੀਬੀਆਂ ਨੇ ਉਹ ਬਾਰਡਰ ਦੇ ਉੱਤੇ ਜੰਗ ਦੇ ਵਿੱਚ ਵੀ ਲੜਦੀਆਂ ਨੇ। ਸੁਪਰੀਮ ਕੋਰਟ ਨੇ ਪਰਮਾਨੈਂਟ ਕਮਿਸ਼ਨ ਫੌਜ ਦੇ ਅੰਦਰ ਫਿਕਸ ਕਰ ਦਿੱਤਾ। ਵੱਡੇ ਵੱਡੀਆਂ IPS ਆਫਿਸਰ ਪੁਲਿਸ ਦੇ ਅੰਦਰ ਕੁੜੀਆਂ ਨੇ। ਵੱਡੇ ਤੋਂ ਵੱਡਾ ਸਿਆਸੀ ਅਹੁਦਾ ਇਸਤਰੀ ਕੋਲ ਆ ਗਿਆ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਹੁਣ ਰਾਸ਼ਟਰਪਤੀ ਬਣ ਗਈ। ਵੱਡੀ ਵੱਡੀਆਂ ਡਾਕਟਰ ਜਿਹੜੀਆਂ ਨੇ ਉਹ ਇਸਤਰੀਆਂ ਨੇ। ਵੱਡੇ ਵੱਡੇ ਸੁਪਰੀਮ ਕੋਰਟ ਦੇ ਜੱਜ ਇਸਤਰੀਆਂ ਲੱਗੀਆਂ ਹੋਈਆਂ ਨੇ। ਵੱਡੀਆਂ ਵੱਡੀਆਂ ਵਕੀਲ ਇਸਤਰੀਆਂ ਨੇ। ਵੱਡੇ ਵੱਡੇ ਪੁਲਿਸ ਅਫਸਰ ਨੇ। ਵੱਡੀਆਂ ਵੱਡੀਆਂ ਕੰਪਨੀਆਂ ਦੀਆਂ CEO ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਾਂਭਦੀਆਂ ਉਹ ਇਸਤਰੀਆਂ ਨੇ। ਹੁਣ ਉਹ ਸਮਾਂ ਮਨੁ ਸਮਰਿੱਧੀ ਵਾਲਾ ਨਹੀਂ ਹੈ। ਹੁਣ ਇਸਤਰੀ ਕਮਜ਼ੋਰ ਨਹੀਂ ਕਹੀ ਜਾ ਸਕਦੀ। ਇਸਤਰੀ ਨੂੰ ਮਰਦ ਦੇ ਬਰਾਬਰ ਅਧਿਕਾਰ ਗੁਰੂ ਸਾਹਿਬ ਨੇ ਦੇਣੇ ਸ਼ੁਰੂ ਕੀਤੇ। ਅੱਜ ਸਮੇਂ ਨਾਲੋਂ ਸਾਰਾ ਕੁਝ ਬਦਲ ਗਿਆ। ਹੁਣ ਕਿਵੇਂ ਕਿਹਾ ਜਾ ਸਕਦਾ ਵੀ ਇਸਤਰੀ ਨੂੰ ਪੁਰਖ ਦੀ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ? ਕੁੜੀਆਂ ਨੂੰ ਅਸੀਂ ਆਪ ਵਿਦੇਸ਼ ਭੇਜਦੇ ਹਾਂ ਪੜ੍ਹਨ ਵਾਸਤੇ। ਉੱਥੇ ਉਹਨਾਂ ਦੇ ਸਿਸਟਮ ਨੇ ਮਦਦ ਕਰਨੀ ਕਿ ਭਰਾ ਨੇ ਜਾ ਕੇ ਮਦਦ ਕਰਨੀ ਹੈ? ਉੱਥੇ ਉਹਨਾਂ ਦੇ ਕੌਨਫੀਡੈਂਸ ਨੇ ਮਦਦ ਕਰਨੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਜਿਹੜੀ ਇਸਤਰੀ ਨੂੰ ਕਮਜ਼ੋਰ ਕਿਹਾ ਜਾਂਦਾ ਸੀ, ਮਹਾਰਾਜ ਨੇ ਵੀ ਬਾਣੀ ਦੇ ਅੰਦਰ ਇਸ ਦਾ ਖੰਡਨ ਕਰਕੇ ਸਿੱਖ ਨੂੰ ਇਹ ਗੱਲ ਦ੍ਰਿੜ ਕਰਾਈ, ਕੋਈ ਕੰਮ ਐਸਾ ਨਾ ਕਰੋ ਜਿਹੜਾ ਰੱਬੀ ਸਿਧਾਂਤ ਦੇ ਉਲਟ ਹੋਵੇ। ਸਿੱਖੀ ਵਿਚਾਰਧਾਰਾ ਦੀ ਜਿਹੜੀ ਸਪਿਰਿਟ ਹੈ, ਜਿਹੜੀ ਆਤਮਾ ਹੈ, ਉਹ ਇਹ ਕਹਿੰਦੀ ਹੈ ਵੀ ਮਰਦ ਤੇ ਇਸਤਰੀ ਵਿੱਚ ਕੋਈ ਫਰਕ ਨਹੀਂ ਹੈ। ਜੇ ਰੱਖਿਆ ਕਰਨੀ ਸਭ ਦੀ ਰੱਬ ਨੇ ਕਰਨੀ ਹੈ, ਜਾਂ ਬੰਦੇ ਨੂੰ ਰੱਬ ਨੇ ਜਿੰਨੀ ਤਾਕਤ ਦਿੱਤੀ ਹੈ, ਹਰ ਨੂੰ ਉਹ ਚਾਹੇ ਪੁਰਖ ਹੈ ਤੇ ਚਾਹੇ ਇਸਤਰੀ ਹੈ ਵਰਤਣ ਦਾ ਅਧਿਕਾਰ। ਇਸੇ ਕਰਕੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੇ ਅੰਦਰ ਬੀਬੀ ਨੂੰ ਬਿਲਕੁਲ ਉਸੇ ਤਰੀਕੇ ਸ਼ਸਤਰਧਾਰੀ ਬਣਾਇਆ। ਉਹਦੇ ਗਲ ਵਿੱਚ ਕਿਰਪਾਨ ਪਵਾਈ। ਔਰ ਮਾਤਾ ਭਾਗ ਕੌਰ ਵਰਗੀਆਂ, ਬੀਬੀ ਹਰਸ਼ਰਨ ਕੌਰ ਵਰਗੀਆਂ ਬੀਬੀਆਂ ਜੰਗ ਦੇ ਮੈਦਾਨ ਦੇ ਅੰਦਰ ਜਦੋਂ ਮੁਕਤਸਰ ਦੀ ਅਖੀਰਲੀ ਜੰਗ ਹੋਈ ਤੇ ਹੁਣ ਉੱਥੇ ਸਿੱਖ ਬੀਬੀਆਂ ਨੇ ਜੰਗ ਦੇ ਮੈਦਾਨ ਦੇ ਅੰਦਰ ਸ਼ਸਤਰ ਵੀ ਚਲਾਏ। ਹੁਣ ਜਿਹੜੀ ਇਸਤਰੀ ਹੈ, ਜਿਹੜੀ ਬੀਬੀ ਹੈ, ਉਹ ਕਿਸ ਗੱਲ ਤੋਂ ਘੱਟ ਹੈ? ਉਹਦੇ ਕੋਲ ਇਹੋ ਜਿਹੀਆਂ ਤਾਕਤਾਂ ਨੇ। ਹੁਣ ਇੱਕ ਜਿਹੜੀ ਰਾਸ਼ਟਰਪਤੀ ਬੀਬੀ ਹੈ, ਉਹ ਆਪਣੇ ਭਰਾ ਕੋਲੋਂ ਕਿਵੇਂ ਰੱਖਿਆ ਦਾ ਵਚਨ ਲਏਗੀ? ਉਹਦੇ ਅਧੀਨ ਤਿੰਨੇ ਤਾਕਤਾਂ ਨੇ। ਇੱਕ ਜਿਹੜੀ IPS ਆਫਿਸਰ ਹੈ, ਜਿਹਦੀ ਜ਼ਿੰਮੇਵਾਰੀ ਸਾਰੇ ਸ਼ਹਿਰ ਨੂੰ ਸੁਰੱਖਿਆ ਦੇਣਾ, ਉਹ ਕਿਹੋ ਜਿਹੀ ਮੂਰਖਤਾ ਭਰੀ ਕਾਰਵਾਈ ਹੈ ਕਿ ਉਹ ਆਖੇ ਨਹੀਂ ਤੂੰ ਮੇਰੀ ਭਰਾ ਮੇਰੀ ਰੱਖਿਆ ਕਰੇਗਾ, ਵੀ ਤੂੰ ਐਡੀ ਵੱਡੀ ਪਦਵੀ ਦੇ ਉੱਤੇ ਹੈ, ਤੂੰ ਫੌਜ ਦੇ ਅੰਦਰ ਐਡੀ ਵੱਡੀ ਉੱਚੀ ਅਵਸਥਾ ਵਿੱਚ ਬਣ ਗਈ। ਉਹਦੇ ਵਾਸਤੇ ਇਸ ਚੀਜ਼ ਦਾ ਕੀ ਰੈਲੇਵੈਂਸ ਹੈ? ਕੋਈ ਰੈਲੇਵੈਂਸ ਨਹੀਂ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਸੋਚ ਦਿੱਤੀ ਹੈ, ਜਿਹੜਾ ਗਿਆਨ ਦਿੱਤਾ, ਜਿਹੜੇ ਬੰਦੇ ਤਿਆਰੀਆਂ ਕਰਾ ਕੇ ਬੈਠੇ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਸਾਡਾ ਕੋਈ ਵੀ ਕਰਮ ਜਿਹੜਾ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ ਸਪਿਰਿਟ ਦੇ ਅਗੇਂਸਟ ਜਾਂਦਾ ਹੈ, ਉਹ ਆਪਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ। ਅਜੋਕੇ ਸਮੇਂ ਦੇ ਅੰਦਰ ਜਿਹੜਾ ਸੰਘਰਸ਼ ਚੱਲ ਰਿਹਾ, ਉਹ ਤਾਂ ਇਹ ਚੱਲ ਰਿਹਾ ਵੀ ਜੈਂਡਰ ਇਕੁਆਲਿਟੀ ਹੋਵੇ, ਇਸਤਰੀ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਜਾਣ, ਵੋਮਨ ਨੂੰ ਐਮਪਾਵਰ ਕੀਤਾ ਜਾਏ, ਵੱਧ ਤੋਂ ਵੱਧ ਜਿਹੜਾ ਹੈ ਉਹ ਇਸਤਰੀ ਨੂੰ ਅਧਿਕਾਰ ਦੇ ਕਰਕੇ ਉਸ ਦੇ ਅੰਦਰ ਇੱਕ ਕੌਨਫੀਡੈਂਸ ਭਰਿਆ ਜਾਏ। ਇਸ ਕਰਕੇ ਗੁਰਮਤ ਦਾ, ਗੁਰਬਾਣੀ ਦਾ, ਸਿੱਖ ਧਰਮ ਦਾ, ਵੈਸੇ ਤਾਂ ਕਿਸੇ ਦਾ ਵੀ ਕੋਈ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਤਾਂ ਜਗਨਨਾਥਪੁਰੀ ਦੇ ਮੰਦਿਰ ਵਿੱਚ ਵੀ ਓਨਾ ਹੀ ਕਾਰਗਰ ਹੈ ਜਿੰਨਾ ਮੱਕੇ ਕਾਬੇ ਕਾਰਗਰ ਹੈ। ਸੁਮੇਰ ਪਰਬਤ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਚੱਲਦਾ, ਮੰਦਿਰ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਚੱਲਦਾ ਹੈ, ਮੱਕੇ ਕਾਬੇ ਵੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਚੱਲਦਾ। ਚਲੋ ਖੈਰ, ਜੇ ਕੋਈ ਬੰਦਾ ਮਨਾਉਂਦਾ, ਕਿਉਂਕਿ ਜਦੋਂ ਬੰਦਾ ਥੋੜ੍ਹਾ ਜਿਹਾ ਫਿਰਕੂ ਨਜ਼ਰ ਨਾਲ ਦੇਖਦਾ, ਮਜ਼ਹਬੀ ਰੰਗਤ ਵਿੱਚ ਦੇਖਦਾ, ਉਹਨੂੰ ਲੱਗਦਾ ਵੀ ਸਾਡੇ ਮਜ਼ਹਬ ਦੇ ਖਿਲਾਫ ਹੈ। ਪਰ ਗੁਰੂ ਸਾਹਿਬ ਦੀ ਗੱਲ ਕਿਸੇ ਮਜ਼ਹਬ ਦੇ ਖਿਲਾਫ ਨਹੀਂ। ਚਲੋ ਕੋਈ ਕਰਦਾ ਕਰੀ ਜਾਏ, ਪਰ ਸਿੱਖ ਦਾ, ਸਿੱਖੀ ਦੀ ਭਾਵਨਾ ਦੇ ਉਲਟ ਕੋਈ ਵੀ ਕਰਮ ਜਿਹੜਾ ਉਹ ਗੁਨਾਹ ਹੈ, ਉਹ ਪਾਪ ਹੋਏਗਾ ਸਾਡੇ ਲਈ ਜ਼ਿੰਦਗੀ ਦੇ ਅੰਦਰ।
क्योंकि ਜਿਹੜੀ ਗੱਲ ਗੁਰੂ ਸਾਹਿਬ ਦੀ ਵਿਚਾਰਧਾਰਾ, ਜਿਹੜੀ ਗੱਲ ਗੁਰੂ ਸਾਹਿਬ ਸਾਰੀ ਜ਼ਿੰਦਗੀ ਵੱਖ-ਵੱਖ ਢੰਗ ਨਾਲ ਲੋਕਾਂ ਨੂੰ ਸਮਝਾਉਂਦੇ ਰਹੇ, ਆਪਾਂ ਉਹ ਹੀ ਸਿੱਖ ਹੋਣ ਦੇ ਨਾਤੇ ਕਰਮ ਕਰੀਏ। ਜਿਹੜੀ ਉਹਨਾਂ ਦੀ ਵਿਚਾਰਧਾਰਾ ਦੇ ਉਲਟ ਜਾਂਦਾ ਹੋਵੇ ਕੰਮ, ਤੇ ਉਹ ਸਿੱਖ ਨੂੰ ਨਹੀਂ ਕਰਨਾ ਚਾਹੀਦਾ। ਇਸ ਕਰਕੇ ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਖਾਰ ਦਿਖਾਇਆ। ਗੁਰੂ ਨੇ ਸਾਨੂੰ ਸੂਝ ਦਿੱਤੀ ਹੈ। ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰਨ ਵਾਲਾ, ਜਿਹੜੀਆਂ ਫੋਟੋਆਂ ਨਾ ਗੁਰੂ ਨਾਨਕ ਸਾਹਿਬ ਨੂੰ ਭੈਣ ਬੇਬੇ ਨਾਨਕੀ ਰੱਖੜੀ ਬਣਦੀ, ਸਿਰਫ ਫਿਕਸ਼ੀਅਸ ਹੈ, ਸਿਰਫ ਗੁੰਮਰਾਹ ਗੁਣ ਨੇ। ਬਾਕੀ ਸਾਰੇ ਇਤਿਹਾਸ ਵਿੱਚ ਪੜ੍ਹ ਲਓ, ਕਿਸੇ ਗੁਰੂ ਸਾਹਿਬ ਦੇ ਨਾਲ ਇਹ ਗੱਲ ਨਹੀਂ ਜੁੜੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਵੀ 2 ਬੱਚੀਆਂ ਸੀ, ਗੁਰੂ ਅਮਰਦਾਸ ਮਹਾਰਾਜ ਦੀਆਂ ਵੀ 2 ਬੱਚੀਆਂ ਸੀ। ਕਿਤੇ ਹੈ ਕਿਸੇ ਦੀ ਫੋਟੋ ਨਜ਼ਰ ਆਉਂਦੀ? ਇਹੋ ਜਿਹੀਆਂ ਫੋਟੋਆਂ ਬਣਾ ਕੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਜੇ ਆਪਾਂ ਸਿੱਖ ਹਾਂ, ਜੇ ਨਹੀਂ ਸਿੱਖ ਤੇ ਫਿਰ ਜੇ ਸਿੱਖੀ ਤੋਂ ਮੁਨਕਰ, ਨੋ ਪ੍ਰੋਬਲਮ, ਜੋ ਮਰਜ਼ੀ ਕਰੀਏ ਅਸੀਂ। ਪਰ ਜਦੋਂ ਅਸੀਂ ਸਿੱਖ ਹਾਂ ਤੇ ਅਸੀਂ ਸਿੱਖੀਜ਼ਮ ਦੇ ਰਿਪਰੈਜ਼ੈਂਟੇਟਿਵ ਹਾਂ, ਸਿੱਖ ਦੀ ਵਿਚਾਰਧਾਰਾ ਨੂੰ ਦ੍ਰਿੜ ਕਰਨ ਵਾਲੇ ਹਾਂ। ਇਸ ਕਰਕੇ ਸਿੱਖ ਦਾ ਇਹੋ ਜਿਹੇ ਤਿਉਹਾਰਾਂ ਨਾਲ ਜਿਹੜੇ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ ਸਪਿਰਿਟ ਦੇ ਉਲਟ ਹੋਣ, ਉਹ ਸਿੱਖ ਨੂੰ ਨਹੀਂ ਕਰਨੇ ਚਾਹੀਦੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।